ਦੋਸਤੋ, ਬਹੁਤ ਦਿਨਾਂ ਤੋਂ ਤੁਹਾਡੇ 'ਚੋਂ ਬਹੁਤ ਸਾਰਿਆਂ ਦੀ ਇਹ ਇੱਕ ਰਿਕੁਐਸਟ ਆ ਰਹੀ ਸੀ ਕਿ ਤੁਸੀਂ ਇੱਕ ਰਨਿੰਗ ਦੇ ਉੱਪਰ ਜਾਂ ਮਾਰਨਿੰਗ ਵਾਕ 'ਤੇ ਤੁਸੀਂ ਇੱਕ ਵੀਡੀਓ ਬਣਾਓ। ਔਰ ਮੇਰੇ ਜਿੰਨੇ ਵੀ ਸੁਣਨ ਵਾਲੇ ਨੇ ਬਹੁਤੇ ਜਾਣਦੇ ਨੇ ਕਿ ਮੈਂ ਇੱਕ ਇੰਟਰਨੈਸ਼ਨਲ ਸਪੋਰਟਸਮੈਨ ਹਾਂ ਔਰ ਮੈਂ 35 ਸਾਲ ਕਾਲਜ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਪੜ੍ਹਾਈ ਹੈ ਔਰ ਬਹੁਤ ਸਾਰੇ ਬੱਚੇ ਇਸ ਦੇਸ਼ ਨੂੰ ਦਿੱਤੇ ਨੇ ਜਿਹੜੇ ਕਿ ਇੰਟਰਨੈਸ਼ਨਲ ਵੀ ਹੋਏ, ਜਿਨ੍ਹਾਂ ਨੇ ਨੈਸ਼ਨਲ ਲੈਵਲ 'ਤੇ ਵੀ ਜਿਨ੍ਹਾਂ ਨੇ ਅਚੀਵਮੈਂਟ ਕੀਤੀਆਂ। ਸੋ ਬੜਾ ਹੀ ਇੱਕ ਰਿਚ ਐਕਸਪੀਰੀਅੰਸ ਹੈ ਮੇਰਾ ਔਰ ਇਹਨੂੰ ਲੋਕ ਕਾਫੀ ਮੇਰੇ ਪਿਆਰ ਕਰਨ ਵਾਲੇ ਕਹਿੰਦੇ ਸੀ ਤੁਸੀਂ ਇਹ 'ਤੇ ਵੀਡੀਓ ਬਣਾਓ। ਔਰ ਦੂਜੇ ਪਾਸੇ ਮੈਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਨੇ ਜਿਹੜੀਆਂ YouTube 'ਤੇ ਪਈਆਂ ਨੇ। ਉਹ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੇ ਕਦੇ ਸਪੋਰਟਸ ਕੀਤੀ ਨਹੀਂ ਆਪ ਕਦੇ, ਅਤੇ ਉਹ ਵੀ ਵੀਡੀਓ ਬਣਾ ਕੇ ਪਾਈ ਜਾਂਦੇ ਨੇ। ਸੋ ਥੋੜ੍ਹਾ ਬਹੁਤਾ ਤੁਸੀਂ ਉਹ ਤੋਂ ਮਿਸਗਾਈਡ ਵੀ ਹੋ ਸਕਦੇ ਹੋ। ਸੋ ਸਾਰੇ ਭੁਲੇਖੇ ਦੂਰ ਕਰਨ ਲਈ ਅੱਜ ਇਹ ਛੋਟੀ ਜਿਹੀ ਇੱਕ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਹਾਂ। ਉਹ ਹੈ ਵੀ ਰਨਿੰਗ ਕਿੱਦਾਂ ਕਰਨੀ ਹੈ। ਅਤੇ ਰਨਿੰਗ ਕਰਨ ਤੋਂ ਪਹਿਲਾਂ ਆਪਾਂ ਇਹ ਵਿਚਾਰ ਕਰਨਾ ਹੈ ਕਿ ਇਹਦੀਆਂ ਰਿਕੁਆਇਰਮੈਂਟ ਕੀ ਨੇ। ਸਾਡੀ ਰਿਕੁਆਇਰਮੈਂਟ ਕੀ ਹੈ? ਰਨਿੰਗ ਦੀ ਕਿੱਟ ਲੈਣੀ ਹੈ ਅਸੀਂ। ਉਸ ਤੋਂ ਬਾਅਦ ਸਾਡੀ ਰਿਕੁਆਇਰਮੈਂਟ ਕੀ ਹੈ? ਗਰਾਊਂਡ ਦਾ ਸਰਫੇਸ ਕਿਹੋ ਜਿਹਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਵਾਰਮ ਅਪ ਕਿੱਦਾਂ ਕਰਨਾ ਹੈ, ਹਾਊ ਟੂ ਰਨ, ਔਰ ਬਰੀਦਿੰਗ ਕਿੱਦਾਂ ਕਰਨੀ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਦ ਤੱਕ ਸਾਨੂੰ ਨਹੀਂ ਪਤਾ ਉਦੋਂ ਤੱਕ ਅਸੀਂ ਰਨਿੰਗ ਪ੍ਰੋਪਰ ਕਰ ਨਹੀਂ ਸਕਦੇ। ਅਤੇ ਆਪਾਂ ਸਭ ਤੋਂ ਪਹਿਲਾਂ ਇਹ 'ਚ ਲੈਂਦੇ ਹਾਂ ਕਿ ਸਾਡੀ ਜਿਹੜੀ ਰਨਿੰਗ ਦੀ ਕਿੱਟ ਜਿਹੜੀ ਹੈ ਉਹ ਕਿੱਦਾਂ ਦੀ ਹੋਵੇ। ਅਤੇ ਇਹਦੇ ਲਈ ਮੈਂ ਦੋ ਚੀਜ਼ਾਂ ਰਿਕਮੈਂਡ ਕਰਾਂਗਾ ਕਿ ਤੁਸੀਂ ਗਰਮੀਆਂ 'ਚ ਨਿੱਕਰ ਔਰ ਟੀ-ਸ਼ਰਟ ਪਾ ਕੇ ਵੀ ਰਨਿੰਗ ਕਰ ਸਕਦੇ ਹੋ, ਔਰ ਸਿਆਲ ਦੇ ਵਿੱਚ ਜਿੰਨੀ ਕੁ ਠੰਡ ਹੋਵੇ ਉਹਦੇ ਹਿਸਾਬ ਨਾਲ ਟਰੈਕ ਸੂਟ, ਔਰ ਟਰੈਕ ਸੂਟ ਦੇ ਥੱਲੇ ਵੀ ਜੇ ਗਰਮ ਕੱਪੜਾ ਪਾਓ ਤਾਂ ਉਹ ਚੰਗਾ ਹੋਏਗਾ। ਔਰ ਦੂਸਰੀ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਤੁਸੀਂ ਜਿਹੜਾ ਸਰਫੇਸ ਇੱਕ ਇਹੋ ਜਿਹਾ ਤਲਾਸ਼ ਕਰਨਾ ਹੈ ਜਿਹੜਾ ਕਿ ਹਾਰਡ ਨਾ ਹੋਵੇ। ਇੱਕ ਤਾਂ ਤੁਸੀਂ ਪੱਕੀ ਸੜਕ 'ਤੇ ਰਨਿੰਗ ਨਹੀਂ ਕਰਨੀ, ਦੂਸਰਾ ਤੁਸੀਂ ਹਾਰਡ ਸਰਫੇਸ ਜਿੱਥੇ ਸੀਮੈਂਟ ਹੋਵੇ, ਹਾਰਡ ਸਰਫੇਸ ਹੋਵੇ ਉੱਥੇ ਰਨਿੰਗ ਨਹੀਂ ਕਰਨੀ। ਤੁਸੀਂ ਘਾਹ ਦੇ ਉੱਪਰ ਰਨਿੰਗ ਕਰੋ ਜਾਂ ਜਿੱਥੇ ਕੱਚੀ ਮਿੱਟੀ ਹੋਵੇ ਜਾਂ ਰੇਤਾ ਹੋਵੇ, ਔਰ ਜਾਂ ਫਿਰ ਇਹੋ ਜਿਹਾ ਘਾਹ ਜਿੱਥੇ ਪਾਣੀ ਲੱਗਦਾ ਹੋਵੇ, ਉਹ ਜਿਹੜਾ ਸਰਫੇਸ ਹੈ ਤੁਹਾਡੇ ਲਈ ਬਹੁਤ ਚੰਗਾ ਰਹੇਗਾ। ਔਰ ਜੇ ਅਸੀਂ ਹਾਰਡ ਸਰਫੇਸ 'ਤੇ ਜਦੋਂ ਰਨਿੰਗ ਕਰਦੇ ਹਾਂ ਤਾਂ ਉਹਦੇ ਨਾਲ ਕੀ ਹੋਏਗਾ, ਸਾਡੇ ਜਿਹੜੇ ਗੋਡੇ ਨੇ, ਜੁਆਇੰਟ ਨੇ, ਗਿੱਟਿਆਂ ਦੇ ਜੁਆਇੰਟ ਜਾਂ ਨੀ ਜੁਆਇੰਟ ਜਿਹੜਾ ਸਾਡਾ ਹੈ ਉਹ 'ਤੇ ਸਟ੍ਰੈਸ ਪੈ ਕੇ ਉਹ ਛੇਤੀ ਖਰਾਬ ਹੋ ਜਾਂਦੇ ਨੇ। ਔਰ ਟਰੈਕ ਸੂਟ ਦੀ ਤਾਂ ਮੈਂ ਗੱਲ ਕਰਤੀ, ਹੁਣ ਮੈਂ ਇਹਦੇ ਨਾਲ ਦੱਸਾਂਗਾ ਕਿ ਤੁਸੀਂ ਸ਼ੂ ਲੈਣੇ ਨੇ। ਸ਼ੂ ਉਹ ਨਾਈਕੀ ਦੇ ਹੋਣ ਜਾਂ ਐਡੀਡਾਸ ਦੇ ਹੋਣ, ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਬਈ 10,000 ਦਾ ਜਾਂ 8,000 ਦਾ ਹੀ ਸ਼ੂ ਲੈਣਾ ਹੈ। ਤੁਸੀਂ ਬਾਜ਼ਾਰ ਜਾਓ, ਉੱਥੇ ਜਾ ਕੇ ਕਿਸੇ ਵੀ ਕੰਪਨੀ ਦਾ ਸ਼ੂ ਜਿਹਦਾ ਵੇਟ ਹਲਕਾ ਹੋਵੇ ਔਰ ਜਿਹਦਾ ਸੋਲ ਥੋੜ੍ਹਾ ਜਿਹਾ ਮੋਟਾ ਹੋਵੇ, ਕਰੀਬ ਪੌਣਾ ਇੰਚ 1 ਇੰਚ ਦਾ ਸੋਲ ਹੋਵੇ, ਔਰ ਉਹ ਸੋਲ ਨਰਮ ਹੋਵੇ ਜਿਹਦੇ ਵਿੱਚ ਤੁਸੀਂ ਉਂਗਲ ਜਦੋਂ ਪ੍ਰੈਸ ਕਰੋ ਤਾਂ ਤੁਹਾਡੀ ਉਹਦੀ ਉਂਗਲ ਦੇ ਵਿੱਚ ਅੰਦਰ ਡੀਪ ਜਾਂਦੀ ਹੋਵੇ। ਤੁਹਾਨੂੰ ਇਹ ਲੱਗੇ ਵੀ ਤੁਹਾਨੂੰ ਪਤਾ ਲੱਗ ਜਾਏ ਕਿ ਵੀ ਜਿਹੜਾ ਸੋਲ ਹੈ ਇਹਦਾ ਉਹ ਨਰਮ ਹੈ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਕਿਸੇ ਦੀ ਪੁਰਾਣੀ ਰਨਿੰਗ ਤੁਸੀਂ ਕਰ ਰਹੇ ਹੋ, ਜੇ ਕਿਸੇ ਦੀ ਅੱਡੀ ਵਗੈਰਾ 'ਚ ਦਰਦ ਵੀ ਹੈ ਤਾਂ ਉਹਦੇ ਲਈ ਤੁਸੀਂ ਸ਼ੂ ਦੇ ਅੰਦਰ ਐਕਸਟਰਾ ਜਿਹੜੇ ਪਤਾਵੇ ਮਿਲਦੇ ਨੇ ਉਹ ਪਾ ਸਕਦੇ ਹੋ। ਔਰ ਇਹਦੇ 'ਚ ਹੋਰ ਇੱਕ ਦੇਸੀ ਟੋਟਕਾ ਵੀ ਬੜਾ ਕੰਮ ਆਉਂਦਾ ਹੈ। ਤੁਹਾਡੀ ਜਿਹੜੀ ਪੁਰਾਣੀ ਜਰਾਬਾਂ ਹੈਗੀਆਂ ਹੁੰਦੀਆਂ ਨੇ ਉਹਨਾਂ ਦੇ ਉੱਪਰ ਵਾਲਾ ਲਾਸਟਿਕ ਵਾਲਾ ਜਿਹੜਾ ਹਿੱਸਾ ਕੱਟ ਕੇ ਅਤੇ ਉਹਦੇ 2-3 ਤਹਿਵਾਂ, 2-3 ਜਰਾਬਾਂ ਦੇ ਪੀਸ ਕੱਟ ਲਓ, ਉਹਨੂੰ ਆਪਣੀ ਅੱਡੀ ਥੱਲੇ ਰੱਖ ਲਓ ਤਾਂ ਅੱਡੀ ਦੁਖਣ ਜਿਹੜੀ ਹੈ ਤੁਹਾਡੀ ਉਹ 'ਚ ਤੁਹਾਨੂੰ ਬਹੁਤ ਰਿਲੀਫ ਮਿਲੇਗੀ। ਔਰ ਅੱਡੀਆਂ ਜੇ ਦੁਖਦੀਆਂ ਨੇ ਉਹਨੂੰ ਰਾਤ ਨੂੰ ਨਮਕ ਵਾਲੇ ਪਾਣੀ 'ਚ ਡੋਬੋ ਔਰ ਉਸ ਤੋਂ ਬਾਅਦ ਉਹਦੇ ਥੱਲੇ ਬਰਫ਼ ਦੇ ਨਾਲ ਵੀ ਟਕੋਰ ਕਰੋ ਤਾਂ ਅੱਡੀਆਂ ਠੀਕ ਵੀ ਹੋ ਜਾਣਗੀਆਂ। ਔਰ ਜਿਹੜੀ ਇਸ ਤੋਂ ਅਗਲੀ ਜਿਹੜੀ ਗੱਲ ਹੈ ਕਿ ਇਹ ਰਨਿੰਗ ਤੁਸੀਂ ਕਰਨੀ ਕਿਉਂ ਹੈ, ਤੁਹਾਡੀ ਰਿਕੁਆਇਰਮੈਂਟ ਕੀ ਹੈ। ਕੀ ਤੁਸੀਂ ਕਿਸੇ ਆਰਮੀ ਜਾਂ ਪੁਲਿਸ 'ਚ ਜਾਂ ਨੇਵੀ 'ਚ ਜਾਂ ਏਅਰਫੋਰਸ 'ਚ ਭਰਤੀ ਹੋਣਾ ਹੈ, ਜਾਂ ਤੁਸੀਂ ਫਿਟਨੈਸ ਲਈ ਰਨਿੰਗ ਕਰਨੀ ਹੈ। ਇਹਦੇ ਲਈ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀ ਰਨਿੰਗ ਕਰਨੀ ਪਏਗੀ। ਔਰ ਜੇ ਤੁਸੀਂ ਫਿਟਨੈਸ ਲਈ ਰਨਿੰਗ ਕਰਨੀ ਹੈ ਉਹਦਾ ਜਿਹੜਾ ਹੈ ਵੱਖਰਾ ਹੋਏਗਾ। ਉਹਦੇ ਲਈ ਤੁਸੀਂ ਜਿਹੜਾ ਹੈ 5 ਮਿੰਟ 'ਚ 1 ਕਿਲੋਮੀਟਰ, 6 ਮਿੰਟ 'ਚ 1 ਕਿਲੋਮੀਟਰ ਤੁਸੀਂ ਕਰ ਸਕਦੇ ਹੋ। ਔਰ ਜੇ ਤੁਸੀਂ ਵਾਕ ਕਰਨਾ ਹੈ ਤਾਂ ਫਿਰ ਤੁਹਾਡੀ ਜਿਹੜੀ ਵਾਕ ਹੈ ਉਹਦੀ ਜਿਹੜੀ ਸਪੀਡ ਹੈ
ਉਹ 10 ਮਿੰਟ 'ਚ 1 ਕਿਲੋਮੀਟਰ ਚਾਹੀਦੀ ਹੈ। ਅਤੇ ਜੇ ਤੁਸੀਂ ਕਿਤੇ ਨੌਕਰੀ ਵਾਸਤੇ ਰਨਿੰਗ ਕਰਨੀ ਹੈ ਤਾਂ ਫਿਰ ਜਿਹੜੀ ਤੁਹਾਡੀ ਸਪੀਡ ਹੈ ਉਹ 5 ਤੋਂ ਘਟਣੀ ਚਾਹੀਦੀ ਹੈ, ਔਰ ਇੱਕਦਮ ਨਹੀਂ ਘਟੇਗੀ, ਹੌਲੀ ਹੌਲੀ ਉਹਦੀ ਪ੍ਰੈਕਟਿਸ ਕਰਕੇ ਉਹਨੂੰ ਥੱਲੇ ਤੁਸੀਂ ਲਿਆ ਸਕਦੇ ਹੋ। ਔਰ ਉਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਰਨਿੰਗ ਸਟਾਰਟ ਕਿੱਦਾਂ ਕਰਨੀ ਹੈ। ਰਨਿੰਗ ਸਟਾਰਟ ਦੇ ਵਿੱਚ ਇੱਕ ਬੜਾ ਹੀ ਸਿੰਪਲ ਜਿਹਾ ਫਾਰਮੂਲਾ ਹੈ, ਉਹ ਹੈ ਸਿੰਪਲ ਟੂ ਕੰਪਲੈਕਸ। ਤੁਸੀਂ ਜਿਵੇਂ ਨਾ ਆਉਂਦਾ ਹੈਗਾ ਸਹਿਜੇ ਰੇ ਮਨਾ ਸਹਿਜੇ ਸਭ ਕੁਝ ਹੋਏ, ਮਾਲੀ ਸੀਚੇ 100 ਘੜਾ ਰਿਤੂ ਆਏ ਫਲ ਹੋਏ। ਅਤੇ ਜਦੋਂ ਅਸੀਂ ਰਨਿੰਗ ਕਰਨੀ ਹੈ ਉਹ ਅਸੀਂ ਪਹਿਲਾਂ ਸਹਿਜ ਤੋਂ ਸ਼ੁਰੂ ਕਰਨੀ ਹੈ, ਬਹੁਤ ਸਲੋ ਰਨਿੰਗ ਕਰਨੀ ਹੈ। ਪਹਿਲਾ ਹਫਤਾ ਸਲੋ ਕਰਨੀ, ਦੂਜਾ ਹਫਤਾ ਥੋੜ੍ਹਾ ਜਿਹਾ ਉਹਦੀ ਡੋਜ਼ ਵਧਾ ਦੇਣੀ ਹੈ, ਤੀਸਰੇ ਹਫਤੇ ਥੋੜ੍ਹੀ ਹੋਰ ਡੋਜ਼ ਵਧਾ ਦੇਣੀ ਹੈ, ਚੌਥੇ ਹਫਤੇ ਥੋੜ੍ਹੀ ਹੋਰ ਡੋਜ਼ ਵਧਾ ਦੇਣੀ ਹੈ। ਔਰ ਇਹ ਇੱਕ ਲਾਈਫ ਲੌਂਗ ਪ੍ਰੋਸੈਸ ਹੁੰਦਾ, ਨਾ ਕਿ ਇਹ ਤੁਸੀਂ 10 ਦਿਨ ਗਏ ਔਰ ਛੱਡਤਾ। ਇਹਨੂੰ ਇੱਕ ਪਰਮਾਨੈਂਟ ਆਪਣੀ ਲਾਈਫ ਦਾ ਇੱਕ ਫੀਚਰ ਬਣਾਓ। ਜੇ ਤੁਸੀਂ ਪਰਮਾਨੈਂਟ ਫੀਚਰ ਬਣਾਓਗੇ ਤਾਂ ਫਿਰ ਤੁਹਾਨੂੰ ਜਿਹੜੀ ਆਦਤ ਹੈ ਉਹ ਲੱਗ ਜਾਏਗੀ, ਆਦਤ ਪੈ ਜਾਏਗੀ। ਜਿੱਦਾਂ ਨਸ਼ਾ ਲੱਗ ਜਾਂਦਾ ਨਾ ਬੰਦੇ ਨੂੰ, ਇਸ ਤਰ੍ਹਾਂ ਦਾ ਇਹ ਇੱਕ ਪੋਜ਼ੀਟਿਵ ਨਸ਼ਾ ਹੁੰਦਾ ਹੈ ਵੀ ਸੈਰ ਕਰਨਾ ਜਾਂ ਰਨਿੰਗ ਕਰਨਾ ਜਾਂ ਐਕਸਰਸਾਈਜ਼ ਕਰਨਾ। ਜਦ ਤੱਕ ਤੁਸੀਂ ਨਹੀਂ ਕਰਦੇ ਤੁਹਾਨੂੰ ਲੱਗਦਾ ਕਿ ਬੜੀ ਔਖੀ ਗੱਲ ਹੈ, ਇਹਨੂੰ ਕਰਨਾ ਬੜਾ ਔਖਾ ਹੈ, ਪਰ ਜਦੋਂ ਤੁਸੀਂ ਕਰਨ ਲੱਗ ਜਾਂਦੇ ਹੋ ਤਾਂ ਸਾਲ ਤੋਂ ਪਹਿਲਾਂ ਹੀ ਤੁਹਾਨੂੰ ਇੱਕ ਇਸ ਤਰ੍ਹਾਂ ਦਾ ਨਸ਼ਾ ਲੱਗੇਗਾ ਕਿ ਜਦੋਂ ਸਵੇਰ ਹੋਏਗੀ ਤੁਹਾਨੂੰ ਇਹ ਲੱਗੇਗਾ ਕਿ ਤੁਹਾਡਾ ਮੰਜਾ ਤੁਹਾਨੂੰ ਥੱਲਿਓਂ, ਤੁਹਾਡੇ ਮੰਜੇ ਤੋਂ ਤੁਹਾਨੂੰ ਸੂਲਾਂ ਚੁੱਭ ਰਹੀਆਂ ਨੇ ਵੀ ਤੁਸੀਂ ਉੱਠੋ ਔਰ ਉੱਠ ਕੇ ਜਾ ਕੇ ਰਨਿੰਗ ਕਰਨ ਲਈ ਜਾਓ। ਹੁਣ ਅਗਲੀ ਜਿਹੜੀ ਗੱਲ ਹੈ ਉਹ ਮੈਂ ਤੁਹਾਡੇ ਨਾਲ ਇਹ ਕਰਨੀ ਚਾਹੁੰਦਾ ਕਿ ਜਦੋਂ ਤੁਸੀਂ ਰਨਿੰਗ ਕਰਦੇ ਹੋ, ਔਰ ਇੱਕ ਬਹੁਤ ਹੀ ਜ਼ਰੂਰੀ ਗੱਲ ਹੈ ਜਿਹੜੀ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗਾ, ਔਰ ਇਹ ਗੱਲ ਮੈਂ ਨਹੀਂ ਸਮਝਦਾ ਮੈਨੂੰ ਕਿਸੇ ਵੀਡੀਓ 'ਚ ਸੁਣਨ ਨੂੰ ਮਿਲੀ ਹੋਈ ਹੋਵੇ। ਮੈਂ ਬਹੁਤ ਸਾਰੀਆਂ ਵੀਡੀਓ ਸੁਣੀਆਂ ਔਰ ਉਹ ਕੋਈ ਵੀ ਇਸ ਗੱਲ ਨੂੰ ਐਕਸਪਲੇਨ ਨਹੀਂ ਕਰਦਾ, ਔਰ ਇਹ ਗੱਲ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਇਸ ਗੱਲ ਨੂੰ ਆਪਣੇ ਮਨ 'ਚ ਬਿਠਾ ਲਓ ਕਿ ਜਦੋਂ ਤੁਸੀਂ ਰਨਿੰਗ ਸਟਾਰਟ ਕਰਦੇ ਹੋ ਤਾਂ 100 ਮੀਟਰ, 150 ਮੀਟਰ, 200 ਮੀਟਰ ਡਿਪੈਂਡ ਕਰਦਾ ਤੁਹਾਡੀ ਫਿਟਨੈਸ ਕਿੰਨੀ ਹੈ। ਤੁਹਾਨੂੰ ਥੋੜ੍ਹਾ ਦੂਰ ਜਾ ਕੇ, ਕਿਸੇ ਵੀ ਡਿਸਟੈਂਸ 'ਤੇ ਜਾ ਕੇ ਤੁਹਾਨੂੰ ਇੱਕ ਫਟੀਕ ਆਏਗੀ, ਇੱਕ ਥਕੇਵਾਂ ਆਏਗਾ, ਔਰ ਥਕੇਵਾਂ ਤੁਹਾਨੂੰ ਲੱਗੇਗਾ ਕਿ ਮੈਂ ਤਾਂ ਥੱਕ ਗਿਆ, ਔਰ ਤੁਸੀਂ ਉਸ ਥਾਂ 'ਤੇ ਜਾ ਕੇ ਕੁਇਟ ਕਰਨ ਦੀ ਤੁਹਾਡੀ ਸਲਾਹ ਬਣ ਜਾਏਗੀ। ਤੁਹਾਡਾ ਮਨ ਕਰੇਗਾ ਕੁਇਟ ਕਰ ਦਿਆਂ, ਮੈਂ ਛੱਡ ਦਿਆਂ ਰਨਿੰਗ ਕਰਨੀ। ਪਰ ਉਹ ਜਿਹੜੀ ਇੱਕ ਉਹ ਥਕੇਵਾਂ ਹੈ ਉਹ ਇੱਕ ਟੈਂਪਰੇਰੀ ਹੁੰਦਾ, ਟੈਂਪਰੇਰੀ ਫੇਜ਼। ਉਹਨੂੰ ਅਸੀਂ ਸਪੋਰਟਸ ਦੇ ਵਿੱਚ ਫਸਟ ਵਿੰਡ ਕਹਿੰਦੇ ਹਾਂ। ਅਤੇ ਜਦੋਂ ਤੁਸੀਂ ਉਸ ਥਕੇਵੇਂ ਨੂੰ ਲੈ ਕੇ, ਉਸ ਜਿਹੜੀ ਤੁਹਾਡੇ ਪੈਰਾਂ 'ਚ ਜਿਹੜੀ ਕੰਡੇ ਦੀ ਪੀੜ ਹੋ ਰਹੀ ਹੈ ਉਹਨੂੰ ਲੈ ਕੇ, ਜਾਂ ਜਿਹੜਾ ਤੁਹਾਡੇ ਲਈ ਥੋੜ੍ਹੀ ਜਿਹੀ ਟਫਨੈਸ ਆਈ ਹੈ, ਜਿਵੇਂ ਚਿੱਕੜ ਵਾਲੀ ਸੜਕ ਆ ਜਾਂਦੀ ਹੈ, ਉਹ ਆ ਜਾਂਦੀ ਤੁਹਾਡੇ ਲਈ ਮੰਨ ਲਓ, ਤਾਂ ਤੁਸੀਂ ਜਾਂ ਰੋੜਾਂ ਵਾਲੀ ਜਾਂ ਟੋਇਆਂ ਵਾਲੀ ਸੜਕ ਆ ਜਾਂਦੀ ਹੈ, ਤੁਸੀਂ ਜਦੋਂ ਥੋੜ੍ਹਾ ਜਿਹਾ ਡਿਟਰਮਿੰਡ ਹੋ ਕੇ, ਪੱਕਾ ਇਰਾਦਾ ਕਰਕੇ ਜਦੋਂ ਥੋੜ੍ਹਾ ਜਿਹਾ ਅੱਗੇ ਜਾਓਗੇ ਤਾਂ ਫਿਰ ਕੀ ਹੁੰਦਾ ਹੈ, ਇੱਕ ਸਰੀਰ ਦੇ ਵਿੱਚ ਨਵੀਂ ਆਕਸੀਜਨ ਰਿਲੀਜ਼ ਹੁੰਦੀ ਹੈ, ਨਵੀਂ એનર્ਜੀ ਰਿਲੀਜ਼ ਹੁੰਦੀ ਹੈ। ਔਰ ਉਹ એનર્ਜੀ ਜਿਹੜੀ ਹੈ ਉਹ ਬਹੁਤ ਸਾਰੇ ਲੋਕ, ਮੈਂ ਇਹ ਸਮਝਦਾ ਕਿ 95% ਲੋਕ ਉਹਨੂੰ ਜਾਣਦੇ ਹੀ ਨਹੀਂ। ਉਹ ਤਾਂ ਇਹੀ ਜਾਣਦੇ ਕਿ ਅਸੀਂ ਥੱਕ ਗਏ, ਲੇਕਿਨ ਉਹ ਥੱਕੇ ਹੁੰਦੇ ਨਹੀਂ। ਉਹ ਲੋਕ ਜਦੋਂ ਅੱਗੇ ਜਾਂਦੇ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਤੁਸੀਂ ਜਦੋਂ ਥਕੇਵਾਂ ਹੋ ਜਾਏ ਤੁਹਾਨੂੰ, ਤੁਸੀਂ ਰੁਕਣਾ ਨਹੀਂ, ਉਸ ਥਕੇਵੇਂ ਨੂੰ ਲੈ ਕੇ ਕੈਰੀ ਔਨ ਕਰਨਾ ਹੈਗਾ। ਜਦ ਤੁਸੀਂ 50 ਮੀਟਰ, 60 ਮੀਟਰ ਜਾਓਗੇ ਜਾਂ 40 ਮੀਟਰ ਜਾਓਗੇ ਤਾਂ ਉਸ ਤੋਂ ਬਾਅਦ ਬਾਡੀ ਦੇ ਵਿੱਚ ਦੁਬਾਰਾ ਨਵੀਂ એનર્ਜੀ ਰਿਲੀਜ਼ ਹੋਏਗੀ, ਔਰ ਫਿਰ ਤੁਸੀਂ ਇੰਨੇ ਆਪਣੇ ਆਪ ਨੂੰ ਈਜ਼ੀ ਮਹਿਸੂਸ ਕਰੋਗੇ ਜਿੰਨਾ ਤੁਸੀਂ ਸਟਾਰਟ ਕਰਨ ਤੋਂ ਪਹਿਲਾਂ ਵੀ ਨਹੀਂ ਸੀ, ਉਸ ਤੋਂ ਵੀ ਜ਼ਿਆਦਾ ਫਰੈਸ਼ ਹੋ ਜਾਓਗੇ। ਲੇਕਿਨ ਇਹ ਇੱਕ ਪ੍ਰੈਕਟੀਕਲ ਹੈ, ਇੱਕ ਕਰਨ ਵਾਲੀ ਗੱਲ ਹੈ, ਇਹ ਮਹਿਸੂਸ ਕਰਨ ਵਾਲੀ ਗੱਲ ਹੈ, ਕਿਉਂਕਿ ਸਾਡੇ ਸਰੀਰ ਦੇ ਅੰਦਰ ਇੱਕ ਅਨਟੈਪਡ એનર્ਜੀ ਹੁੰਦੀ ਹੈ। ਹਰ ਸਰੀਰ ਦੇ ਅੰਦਰ ਜਿਹੜਾ ਵੀ ਇਨਸਾਨ ਇਸ ਧਰਤੀ 'ਤੇ ਪੈਦਾ ਹੁੰਦਾ ਹੈ ਉਹ ਬਹੁਤ ਤਾਕਤ ਲੈ ਕੇ, ਬਹੁਤ એનર્ਜੀ ਲੈ ਕੇ ਪੈਦਾ ਹੁੰਦਾ ਹੈ, ਲੇਕਿਨ ਸਾਰੀ ਉਮਰ ਅਸੀਂ ਉਸ એનર્ਜੀ ਨੂੰ ਟੈਪ ਕਰਨਾ ਜਾਂ ਯੂਜ਼ ਕਰਨਾ ਅਸੀਂ ਸਿੱਖਦੇ ਹੀ ਨਹੀਂ। ਔਰ ਜਦੋਂ ਅਸੀਂ ਇਹਨੂੰ ਇੱਦਾਂ ਕਰਾਂਗੇ ਤਾਂ ਫਿਰ ਉਹ ਸਾਨੂੰ ਜਿਹੜੀ એનર્ਜੀ ਹੈ ਉਹ ਰਿਲੀਜ਼ ਹੋ ਜਾਏਗੀ, ਅਤੇ ਅਸੀਂ ਉਹਨੂੰ ਫਿਰ ਸੈਕਿੰਡ ਵਿੰਡ ਕਹਿ ਦਿੰਦੇ ਹਾਂ ਟੈਕਨੀਕਲ ਲੈਂਗੁਏਜ 'ਚ। ਔਰ ਉਹ ਜਦੋਂ એનર્ਜੀ ਰਿਲੀਜ਼ ਹੋਏਗੀ ਤੁਸੀਂ ਫਰੈਸ਼ ਹੋ ਕੇ ਇੱਦਾਂ ਮਹਿਸੂਸ ਹੋਏਗਾ ਜਦੋਂ ਤੁਹਾਡੇ ਪੈਰਾਂ ਥੱਲੇ ਕਿਸੇ ਨੇ ਸਪਰਿੰਗ ਫਿੱਟ ਕਰਤੇ ਨੇ।
ਔਰ ਇਸ ਤੋਂ ਅੱਗੇ ਵੀ ਸਟੇजेस ਆਉਂਦੀਆਂ ਨੇ, ਉਹ ਤੁਹਾਡੇ ਨਾਲ ਸ਼ੇਅਰ ਕਰਨ ਦੀ ਲੋੜ ਨਹੀਂ ਤੁਸੀਂ, ਕਿਉਂਕਿ ਰਨਿੰਗ ਕਰਨੀ ਹੈ। ਅਗਲੀ ਸਟੇਜ ਜਿਹੜੀ ਹੈ ਬਹੁਤ ਦੇਰ ਬਾਅਦ ਆਉਂਦੀ ਹੈ ਜਾ ਕੇ, ਔਰ ਬਹੁਤ ਜ਼ਿਆਦਾ ਕਿਲਿੰਗ ਹੁੰਦੀ ਹੈ ਉਹ ਵੀ ਪਾਸ ਹੋ ਜਾਂਦੀ, ਜਿਹਨੂੰ ਅਸੀਂ ਥਰਡ ਇਵੈਂਟ ਕਹਿੰਦੇ ਆ। ਉਹ ਸਟੇਜ ਜਿਹੜੀ ਹੈਗੀ ਆ ਉਹ ਹਰ ਬੰਦੇ ਦੀ, ਜਿਵੇਂ ਮੇਰੀ ਜਿਹੜੀ ਸਟੇਜ ਸੀ ਉਹ ਕਰੀਬ 150 ਕਿਲੋਮੀਟਰ ਤੋਂ ਬਾਅਦ ਜਾ ਕੇ ਆਉਂਦੀ ਸੀ, ਔਰ ਉਹ ਇੰਨੀ ਕਿਲਿੰਗ ਹੁੰਦੀ ਹੈ ਹਰ ਬੰਦੇ ਦੀ, ਇੰਨੀ ਉਹ ਥਕੇਵੇਂ ਵਾਲੀ, ਇੰਨੀ ਉਹ ਮਾਰੂ ਹੁੰਦੀ ਹੈ ਕਿ ਬਹੁਤ ਸਾਰੇ ਲੋਕ ਚੰਗੇ ਸਪੋਰਟਸਮੈਨ ਵੀ ਉਸ ਸਟੇਜ 'ਤੇ ਜਾ ਕੇ ਕੁਇਟ ਕਰ ਜਾਂਦੇ ਨੇ। ਔਰ ਕਹਿੰਦੇ ਨੇ ਨਾ, ਕੁਇਟਰ ਨੈਵਰ ਵਿਨਸ ਐਂਡ ਵਿਨਰ ਨੈਵਰ ਕੁਇਟ। ਸੋ ਉੱਥੇ ਜਾ ਕੇ ਉਹ ਜਿਹੜੀ ਕੋਟੇਸ਼ਨ ਹੈ ਉਹ ਕੰਮ ਆਉਂਦੀ ਹੈ। ਜਦੋਂ ਉੱਥੇ ਫਿਰ ਅਸੀਂ ਜਾਂਦੇ ਹਾਂ ਤਾਂ ਉੱਥੇ ਸਾਨੂੰ ਉਹ ਜਿਹੜੀ ਕੁਇਟ ਨਾ ਕਰਨ ਵਾਲੀ ਜਿਹੜਾ ਸਾਡਾ ਜਜ਼ਬਾ ਹੁੰਦਾ ਹੈ, ਸਾਨੂੰ ਉਹ ਤੋਂ ਪਾਰ ਲੈ ਕੇ ਜਾਂਦਾ ਹੈ। ਔਰ ਇਸ ਤੋਂ ਬਾਅਦ ਜਿਹੜੀ ਆਪਾਂ ਗੱਲ ਕਰਨੀ ਹੈ ਕਿ ਤੁਸੀਂ ਸ਼ੂ ਪੈਰਾਂ 'ਚ ਪਾ ਲਏ, ਗਰਾਊਂਡ 'ਚ ਚਲੇ ਗਏ ਤੁਸੀਂ, ਫਿਰ ਥੋੜ੍ਹਾ ਜਿਹਾ ਪਹਿਲਾਂ ਜਦੋਂ ਸ਼ੁਰੂ ਕਰਨੀ ਹੈ ਰਨਿੰਗ ਤਾਂ ਥੋੜ੍ਹਾ ਵਾਰਮ ਅਪ ਵੀ ਕਰਨਾ ਹੈ। ਤੁਸੀਂ ਥੋੜ੍ਹਾ ਦੇਰ ਜਿਹੜੇ ਪਹਿਲੇ ਤੁਹਾਡੇ ਸਟੈਪ ਨੇ ਉਹਦੇ 'ਚ ਥੋੜ੍ਹੀਆਂ ਤੁਸੀਂ ਰਨਿੰਗ ਕਰੋ, ਥੋੜ੍ਹੀ ਜਿਹੀ ਕਰੀਬ 30-40 ਮੀਟਰ ਰਨਿੰਗ ਕਰਕੇ, 50 ਮੀਟਰ ਰਨਿੰਗ ਕਰਕੇ ਖੜ੍ਹੇ ਹੋ ਕੇ ਥੋੜ੍ਹਾ ਜਿਹਾ ਸਟਰੈਚਿੰਗ ਐਕਸਰਸਾਈਜ਼ਾਂ, ਬੈਂਡਿੰਗ ਵਾਲੀਆਂ, ਸਾਈਡਾਂ ਨੂੰ ਬੈਂਡਿੰਗ, ਫਰੰਟ ਨੂੰ ਬੈਂਡਿੰਗ, ਆਰਮ ਨੂੰ ਰੋਟੇਟ ਕਰਨਾ, ਆਰਮ ਨੂੰ ਸਾਈਡਾਂ ਨੂੰ ਸਟਰੈਚ ਕਰਨਾ, ਇਹ ਐਕਸਰਸਾਈਜ਼ਾਂ ਥੋੜ੍ਹੀਆਂ ਜਿਹੀਆਂ ਕਰਕੇ ਤੁਹਾਡਾ ਵਾਰਮ ਅਪ ਹੋ ਗਿਆ। ਔਰ ਉਸ ਤੋਂ ਬਾਅਦ ਤੁਸੀਂ ਰਨਿੰਗ ਸਟਾਰਟ ਕਰ ਲਓ। ਔਰ ਇਹ ਜਿਹੜੀ ਤੁਹਾਡੀ ਰਨਿੰਗ ਹੈ ਇਹ ਕਰੀਬ 3 ਕੁ ਮਹੀਨੇ ਬਾਅਦ ਜਿਹੜੀ ਤੁਹਾਡੀ ਰਨਿੰਗ ਹੈ ਇਹ ਮਿਨੀਮਮ 20 ਮਿੰਟ ਹੋਣੀ ਚਾਹੀਦੀ ਹੈ। ਮਿਨੀਮਮ 20 ਮਿੰਟ ਕਰੋਗੇ ਤਾਂ ਤੁਹਾਨੂੰ ਇਹਦਾ ਲਾਭ ਮਿਲੇਗਾ, ਅਦਰਵਾਈਜ਼ ਤੁਹਾਨੂੰ ਬਹੁਤੇ ਲਾਭ ਨਹੀਂ ਮਿਲਣੇ। 20 ਮਿੰਟ ਤੋਂ ਲੈ ਕੇ 1 ਆਵਰ ਤੱਕ, ਜੇ 40 ਮਿੰਟ ਵੀ ਕਰ ਲਓ ਤਾਂ ਬਹੁਤ ਹੈ, ਲੇਕਿਨ ਮਿਨੀਮਮ 20 ਮਿੰਟ ਤਾਂ ਹੋਣੀ ਚਾਹੀਦੀ ਹੈ। 20 ਮਿੰਟ ਤੋਂ ਲੈ ਕੇ 1 ਆਵਰ ਤੱਕ ਤੁਸੀਂ ਜਿਹੜੀ ਹੈ ਇਹ ਕਰ ਸਕਦੇ ਹੋ। ਔਰ ਦੂਸਰੀ ਜਿਹੜੀ ਗੱਲ ਹੈ, ਜੇ ਤੁਹਾਡੀ ਏਜ 40, 45, 50 ਦੀ ਹੈ ਔਰ ਤੁਸੀਂ ਕੋਈ ਸਪੋਰਟਸ ਇਵੈਂਟ ਨਹੀਂ ਕਰਨਾ, ਤੁਸੀਂ ਕੋਈ ਕੰਪੀਟੀਸ਼ਨ ਨਹੀਂ ਲੜਨਾ, ਤਾਂ ਫਿਰ ਤੁਹਾਡੇ ਲਈ ਵਾਕਿੰਗ ਬੈਸਟ ਹੈ। ਕਿਉਂਕਿ ਰਨਿੰਗ ਜਿਹੜੀ ਹੁੰਦੀ ਹੈ ਨਾ, ਉਹਦੇ ਲਈ ਸਾਡੀ ਬਾਡੀ ਜਿਹੜੀ ਹੈ ਉਹ ਬੇਸਿਕਲੀ ਰਨਿੰਗ ਵਾਸਤੇ ਡਿਜ਼ਾਈਨ ਨਹੀਂ ਕੀਤੀ ਹੋਈ। ਜਦੋਂ ਅਸੀਂ ਖੜ੍ਹੇ ਹੁੰਦੇ ਹਾਂ ਤਾਂ ਕੀ ਹੁੰਦਾ ਹੈ, ਸਾਡਾ ਜਿਹੜਾ ਸਾਰਾ weight ਹੈ ਉਹ ਸਾਡੀ ਨੀ ਜੁਆਇੰਟ ਦੇ ਉੱਪਰ ਔਰ ਐਂਕਲ ਜੁਆਇੰਟ ਦੇ ਉੱਪਰ ਆ ਜਾਂਦਾ ਹੈ। ਬੇਸਿਕਲੀ ਜਿਹੜੇ ਜਾਨਵਰ ਨੇ ਨਾ, ਅਸੀਂ ਵੀ ਪਹਿਲਾਂ ਜਾਨਵਰ ਹੀ ਸੀ, ਅਸੀਂ ਬੰਦਰਾਂ ਤੋਂ ਇਨਸਾਨ ਬਣੇ ਆ, ਅਸੀਂ ਵੀ 4 ਪੈਰਾਂ ਨਾਲ ਤੁਰਦੇ ਸੀ। ਜਿਹੜੇ ਜਾਨਵਰ 4 ਪੈਰਾਂ ਨਾਲ ਦੌੜਦੇ ਨੇ ਉਹ ਰਨਿੰਗ ਕਰਨ ਲਈ ਉਹ ਬਣੇ ਨੇ, ਕਿਉਂਕਿ ਉਹਨਾਂ ਦਾ ਜਿਹੜਾ ਸੈਂਟਰ ਆਫ ਗ੍ਰੈਵਿਟੀ ਹੈ ਉਹਨਾਂ ਦੇ ਸੈਂਟਰ 'ਚ ਆ ਜਾਂਦਾ, ਔਰ ਉਹਨਾਂ ਦੀਆਂ ਦੋਨੇ ਅੱਗੇ ਵਾਲੀਆਂ ਵੀ ਔਰ ਪਿੱਛੇ ਵਾਲੀਆਂ ਵੀ ਜਿਹੜੀਆਂ ਲੱਤਾਂ ਆ ਉਹਨਾਂ 'ਤੇ ਜ਼ਿਆਦਾ weight ਨਹੀਂ ਪੈਂਦਾ, weight 4 ਪਾਸੇ ਡਿਵਾਈਡ ਹੋ ਜਾਂਦਾ। ਔਰ ਬੋਡੀ ਜਿਹੜੀ ਹੈ ਜਦੋਂ ਜ਼ਮੀਨ ਦੇ ਉੱਪਰ, ਜ਼ਮੀਨ ਦੇ ਪੈਰਲ ਆ ਜਾਂਦੀ ਹੈ, ਅਤੇ ਪੈਰਲ ਜ਼ਮੀਨ ਦੇ ਬੋਡੀ ਆਉਣ ਨਾਲ ਜਿਹੜਾ ਉਹਦਾ weight ਹੈ ਉਹ ਸੈਂਟਰ 'ਚ ਆ ਜਾਂਦਾ ਉਹਨਾਂ ਦੀ ਬੋਡੀ ਦੇ। ਜੇ ਸਪੋਜ਼ ਕੋਈ ਐਨੀਮਲ 6 ਫੁੱਟ ਲੰਬਾ ਹੈ ਤਾਂ ਉਹਦਾ ਸੈਂਟਰ 'ਚ 3 ਫੁੱਟ 'ਤੇ ਆ ਕੇ ਉਹਦਾ weight, ਸੈਂਟਰ ਆਫ ਗ੍ਰੈਵਿਟੀ ਦਾ 3 ਫੁੱਟ ਸੈਂਟਰ 'ਚ ਆ ਗਿਆ, ਔਰ ਬੋਡੀ ਜਿਹੜੀ ਹੈ ਉਹ ਜ਼ਮੀਨ ਦੇ ਪੈਰਲ ਹੈ ਔਰ weight ਉਹਦਾ 4 ਪੈਰਾਂ 'ਤੇ ਆ ਗਿਆ ਜਾਨਵਰ। ਲੇਕਿਨ ਸਾਡਾ ਜਿਹੜਾ weight ਹੈ ਇਹ 2 ਪੈਰਾਂ 'ਤੇ ਆ ਜਾਂਦਾ ਹੈ ਔਰ ਸਾਡੀ ਬਾਡੀ ਸਟ੍ਰੇਟ ਹੁੰਦੀ ਹੈ। ਇਸ ਕਰਕੇ ਬਾਡੀ ਜਦੋਂ ਅਸੀਂ ਦੌੜਦੇ ਹਾਂ ਤਾਂ ਜ਼ਮੀਨ ਤੋਂ ਵੀ ਸਾਨੂੰ ਜਿਹੜੀ ਨਿਊਟਨ ਦਾ ਜਿਹੜਾ ਲਾਅ ਹੈ ਨਾ, 3rd ਲਾਅ ਆਫ ਫੋਰਸ, ਐਕਸ਼ਨ ਐਂਡ ਰਿਐਕਸ਼ਨ ਆਰ ਸੇਮ, ਇਕੁਅਲ ਐਂਡ ਅਪੋਜ਼ਿਟ। ਜਦੋਂ ਅਸੀਂ ਇਹ ਲਾਅ ਜਦੋਂ ਸਾਡੇ 'ਤੇ ਲਾਗੂ ਹੁੰਦਾ ਹੈ, ਜਦੋਂ ਅਸੀਂ ਜ਼ਮੀਨ 'ਤੇ ਪੈਰ ਮਾਰ ਕੇ ਉੱਥੋਂ ਫੋਰਸ ਲੈਂਦੇ ਹਾਂ, ਉਹ ਜਿਹੜੀ ਫੋਰਸ ਲੈ ਕੇ ਅਸੀਂ ਅੱਗੇ ਮੂਵ ਕਰਦੇ ਹਾਂ ਤਾਂ ਉਹ ਜ਼ਮੀਨ ਦੀ ਜਿਹੜੀ ਫੋਰਸ ਹੈ ਉਹ ਸਾਡੀ ਬਾਡੀ 'ਤੇ ਰਿਐਕਟ ਕਰਦੀ ਹੈ। ਉਹਦੇ ਨਾਲ ਸਾਡੇ ਜੁਆਇੰਟ ਜਿਹੜੇ ਨੇ ਉਹ ਖਰਾਬ ਹੋਣ ਦੇ ਚਾਂਸਸ ਹੁੰਦੇ ਨੇ। ਸੋ ਜਵਾਨੀ ਦੇ ਵਿੱਚ ਤਾਂ ਇਹ ਚੱਲ ਜਾਂਦਾ ਹੈ, ਲੇਕਿਨ ਜੇ ਤੁਹਾਡੀ ਏਜ ਜ਼ਿਆਦਾ ਹੋ ਚੁੱਕੀ ਹੈ ਤਾਂ ਵਾਕਿੰਗ ਵੀ ਇਕੁਅਲੀ ਹੀ ਤੁਹਾਨੂੰ ਫਾਇਦਾ ਦੇਗੀ। ਸੋ ਵਾਕ ਕਰ ਲਓ 40-20 ਮਿੰਟ ਤੋਂ ਲੈ ਕੇ 1 ਘੰਟਾ ਤੱਕ, ਤੁਹਾਨੂੰ ਉਹ ਇਕੁਅਲੀ ਗੁੱਡ ਹੈ ਔਰ ਉਹਦੇ ਨਾਲ ਤੁਹਾਡੀ ਬਾਡੀ ਨੂੰ ਜਿਹੜੇ ਨੁਕਸਾਨ ਹੋਣੇ ਨੇ ਉਹ ਵੀ ਨਹੀਂ ਹੋਣੇ। ਹੁਣ ਲਾਸਟ 'ਚ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਹੈ ਉਹ ਹੈ ਬਰੀਥਿੰਗ। ਤੁਸੀਂ ਸਾਹ ਕਿੱਦਾਂ ਲੈਣਾ ਹੈ। ਮੈਂ ਜੋ ਤੁਹਾਨੂੰ ਰਿਕਮੈਂਡ ਕਰ ਰਿਹਾ ਹੈਗਾ, ਪਲੀਜ਼ ਇਹਨੂੰ ਧਿਆਨ ਨਾਲ ਸੁਣ ਲੈਣਾ ਕਿ ਜਦੋਂ ਅਸੀਂ ਵਾਕ ਕਰਨਾ ਹੈ ਜਾਂ ਰਨਿੰਗ ਕਰਨੀ ਹੈ, ਤੁਹਾਨੂੰ ਕੁਝ ਵੀ ਕਵੇ ਕੋਈ, ਮੈਂ ਮੇਰੀ ਜਿਹੜੀ ਸਟੱਡੀ ਹੈ ਵਾਕਿੰਗ ਦੇ ਉੱਪਰ ਜਾਂ ਬਰੀਥਿੰਗ ਦੇ ਉੱਪਰ, ਮੈਂ ਇਹ 'ਤੇ ਬਹੁਤ ਜ਼ਿਆਦਾ ਸਟੱਡੀ ਕੀਤੀ ਹੈ। ਕਈ ਸਾਲ ਤੋਂ ਮੈਂ ਲਗਾਤਾਰ ਇਹ 'ਤੇ ਸਟੱਡੀ ਕਰਦਾ ਰਿਹਾ ਹਾਂ ਔਰ ਫਿਰ ਇਸ ਸਟੱਡੀ ਨੂੰ ਮੈਂ ਦੁਨੀਆ ਦੇ ਜਿਹੜੇ ਬੈਸਟ ਆਫ ਦੀ ਬੈਸਟ ਜਿਹੜੇ ਸਾਇੰਟਿਸਟ ਨੇ ਉਹਨਾਂ ਨੂੰ ਮੈਂ ਸਟੱਡੀ ਵੀ ਕੀਤਾ ਹੈ, ਉਹਨਾਂ ਦਾ ਪ੍ਰੈਕਟੀਕਲ ਵੀ ਕੀਤਾ ਹੈ। ਔਰ ਮੇਰੀ ਗੱਲ ਤੁਹਾਨੂੰ ਥੋੜ੍ਹੀ ਜਿਹੀ ਔਡ ਵੀ ਲੱਗੇਗੀ, ਪਰ ਇਹ ਪ੍ਰੈਕਟੀਕਲੀ ਸੱਚਾਈ ਹੈ। ਮੈਂ ਇਹ ਕੀਤੀ ਵੀ ਹੈ ਅਤੇ ਮੈਂ ਕਈਆਂ ਤੋਂ ਕਰਾ ਕੇ ਵੀ ਦੇਖੀ ਹੈ, ਇਹ 100% ਸਹੀ ਹੈ। ਸੋ ਕੀ ਹੈ ਕਿ ਤੁਸੀਂ ਜਦੋਂ ਵਾਕਿੰਗ ਕਰਨੀ ਹੈ ਜਾਂ ਰਨਿੰਗ ਕਰਨੀ ਹੈ, ਉਦੋਂ ਤੁਸੀਂ ਮੂੰਹ ਦਾ ਬਿਲਕੁਲ ਯੂਜ਼ ਨਹੀਂ ਕਰਨਾ, ਕੇਵਲ ਅਤੇ ਕੇਵਲ ਨੱਕ ਤੋਂ ਸਾਹ ਲੈਣਾ ਹੈ। ਔਰ ਹੈਰਾਨੀ ਵਾਲੀ ਗੱਲ ਤੁਹਾਨੂੰ ਮੈਂ ਜਿਹੜੀ ਕਹਿਣ ਲੱਗਾ, ਇਹਨੂੰ ਵੀ ਨੋਟ ਕਰ ਲੈਣਾ ਕਿ ਨੱਕ ਤੋਂ ਸਾਹ ਲੈਣਾ ਹੈ
और जिन्ना पतले तो पतला साह, बहुत ही स्लो साह लेना है, तेज़ लेना ही नहीं है। जिन्ना ज़्यादा स्लो साह लओगे उन्नी ही ऑक्सीजन की डिलीवरी जिहड़ी है वो तुहाडी बॉडी के अंदर ज़्यादा होएगी। बॉडी के अंदर कित्थे होएगी? सैल नूं। हर बॉडी का जिहड़ा सैल है, बॉडी 750 जिहड़े ट्रिलियन सैल ने उन्हां दा एक बिल्डिंग ब्लॉक है, और हर सैल नूं ऑक्सीजन की लोड़ है। उत्थे माइट्रोकॉन्ड्रिया जिहड़ा है वो ऑक्सीजन और एक जिहड़ा है एल्कलाइन और एक जिहड़ी असीं पची हुई खुराक जिन्हों असीं ग्लूकोज कह दिंदे आ, इन्हां तिन्नां नूं मिल के उत्थे एनर्जी पैदा करता है जिन्हों असीं ATP कहने आ। असीं उस ATP नूं यूज़ करके असीं सारे अपने डेली रूटीन दे, रनिंग करन दे, जोर लाउण दे, वेट चुकण दे असीं सारे काम करते हैं। तो वो जिहड़ा मैथड है उन्होंने असीं कहने आ ट्राईसाइकिल मैथड ऑफ प्रोडक्शन ऑफ एनर्जी। उत्थे वो एनर्जी जिहड़ी प्रोड्यूस हुंदी है उन्होंने असीं यूज़ करते हैं। और मैं फिर दोबारा तुहानूं रिपीट कर रहा कि जिन्नी तुसीं स्लो साह लओगे नक तो उन्ना ही जिहड़ी ऑक्सीजन की डिलीवरी सैल नूं, जिहनूं असीं सैल रेस्पिरेशन कहने आ, उन्नी ही ज़्यादा होएगी। जे तुसीं तेज़ साह लैंदे हो तो सैल रेस्पिरेशन घट जाती है, लंग्स तक साह जाके अगे सैल दे जिहड़ी बाहरले पासे जिहड़ा एरिया हुंदा है जिहनूं असीं कैपिलरी या ब्लड वैसल कहने आ, उत्थों जिहड़ा साह है या ऑक्सीजन जिहड़ी है उत्थों वापस आ जाती है, सैल के अंदर एंटर नहीं करती। पर जे असीं स्लो ब्रीदिंग करिए, जिन्नी साडी ब्रीदिंग ज़्यादा स्लो होएगी उन्नी ही साडी जिहड़ी ऑक्सीजन की डिलीवरी सैल नूं वध जाएगी, उन्नी ही ज़्यादा आनंद आएगा, उन्ना ही ज़्यादा साडी एनर्जी वधेगी, उन्ना ही साडे ज़्यादा टॉक्सिन सड़नगे और सानूं सैर दे जिहड़े वधेरे लाभ मिलणगे। ये तो होया इहदे बारे सैर बारे। तो जे तुसीं रनिंग कीती है या तेज़ वॉक कीती है तो लास्ट 'च थोड़ी देर हल्की जी वॉक करके उन्होंने असीं कूल डाउन करना है। जिद्दां असीं बॉडी नूं नॉर्मल जदों बॉडी हुंदी है उन्होंने असीं जदों रनिंग करन लई या वार्म अप करन दे लई असीं करदे होया असीं बॉडी नूं थोड़ी जी जिहड़े साडे सारे बॉडी दे जिहड़े सिस्टम ने, रेस्पिरेटरी सिस्टम, ब्रीदिंग रेस्पिरेटरी सिस्टम, सर्कुलेटरी सिस्टम, फिर उस तो बाद एक्सक्रिएटरी सिस्टम, नर्वस सिस्टम, ये सारे जिहड़े साडे सिस्टम ने इन्हूं असीं शुरू दे विच असीं वार्म अप करके इन्हों एक्टिवेट किया सी, फिर असीं इन्हूं डीएक्टिवेट भी करना हुंदा है। एकदम रुकीदा नहीं, हौली हौली करके असीं रुकना है और रुक के थोड़ी जिहियां फ्री हैंड एक्सरसाइज करके, थोड़ी जिहियां लत्तां नूं हिला के, बाहां नूं हिला के और थोड़ा जिहा बैंडिंग करके, साइड बैंडिंग करके तुसीं अपनी इस जिहड़ी मॉर्निंग वॉक है या जिहड़ी तुसीं रनिंग कीती है ਉਹਦੇ 'ਚ ਤੁਸੀਂ ਫਿਰ ਉਹਨੂੰ ਉੱਥੇ ਰੁਕ ਜਾਣਾ ਹੈ। ਸੋ ਜਦੋਂ ਵਾਰਮ ਅਪ ਵੀ ਕਰਨਾ ਹੈ, ਅਖੀਰ 'ਚ ਕੂਲਿੰਗ ਡਾਊਨ ਵੀ ਕਰਨੀ ਹੈ। ਇਹ ਦੋਨੇ ਚੀਜ਼ਾਂ ਜ਼ਰੂਰ ਕਰਨੀਆਂ ਨੇ ਔਰ ਇਸ ਤਰ੍ਹਾਂ ਜੇ ਤੁਸੀਂ ਵਾਕ ਕਰੋਗੇ ਤਾਂ ਤੁਹਾਡੀ ਬਾਡੀ ਦਾ ਕੋਈ ਨੁਕਸਾਨ ਨਹੀਂ ਹੋਏਗਾ ਔਰ ਤੁਸੀਂ ਇਸ ਲਾਭ ਸੈਰ ਦੇ ਲਾਭ ਜਿਹੜੇ ਨੇ ਉਹ ਬਹੁਤ ਲਓਗੇ। ਔਰ ਮੈਂ ਇੱਕ ਲਾਸਟ ਗੱਲ ਮੈਂ ਵਿੱਚ ਕਹਿਣੀ ਤੁਹਾਡੇ ਨਾਲ ਯੂਜ਼ ਕਰਨੀ ਭੁੱਲ ਗਿਆ, ਜਦੋਂ ਤੁਸੀਂ ਰਨਿੰਗ ਕਰ ਰਹੇ ਹੋ ਉਦੋਂ ਤੁਹਾਡੀ ਜਿਹੜੀ ਰਨਿੰਗ ਹੈ ਉਹ स्पीड पर डिपेंड करता। जो स्पीड तेज़ है तो फिर थोड़े पंजे ही थले लगते हैं और वॉकिंग के विच तुसीं अड्डी और पंजे के उपर रोल करते जाना है। इसका भी ध्यान रखना है, जो तुसीं वॉक करनी है तो अड्डी पंजे ते रोल करते जाना है और किसी नाल जे गल ना करो तो बैटर है और ध्यान जिहड़ा है वो तुहाडा अंदर तुहाडी बॉडी ते होवे और जे हो सके तो हर स्टैप दे नाल ओम अल्लाह आमीन या वाहिगुरू का शब्द उचारते हुए अड्डी लगे और एक अड्डी और दूसरी साइड की बाह जी है बाह उपर नूं जाए और अड्डी जमीन पर लगे। उसले तुसीं वाह तो दूसरे पासे जो तुसीं वाह गुरु करते या ओम करते तुसीं चले जाओ, किसी ना गल ना करो तो बैटर होएगा। और जिहड़ा ओम करना है, वाहिगुरू करना है, ये मन ही मन करना है, अंदर उच्चारण करना है, मुँह नहीं खोलना। जिवें पहला कि असीं लिप्स बंद करने ने और मैं तो यह भी रिकमेंड कराँगा कि लिप्स के उपर ना जी मैडिकल शॉप तो कैमिस्ट शॉप तो जी टेप मिलती है, जो लिप्स पर टेप ला के रनिंग करो तो होर भी बैटर होएगी। सो इन्नियां मेरिया जिहड़ियां ने बेनतियां ने स्वीकार करना। मेरा फ़ोन नंबर थले दिता गया है, जे तुसीं कोई भी किस तरह की क्लैरिफिकेशन लैनी है बिल्कुल गुरेज नहीं करना, मैनू फ़ोन कर लो। आई एम फ्री ऑल द टाइम। मैनू चंगा लगूगा जे तुसीं मैनू पुछोगे ये बारे, क्योंकि ये बारे मेरा जीवन का एक्सपीरियंस बहुत है
40 ਸਾਲ ਦਾ ਐਕਸਪੀਰੀਅੰਸ ਹੈ, 40 ਤੋਂ ਵੀ ਜ਼ਿਆਦਾ ਹੀ ਕਹਿ ਸਕਦੇ ਹਾਂ, ਕਿਉਂਕਿ ਪਹਿਲਾਂ ਮੈਂ ਆਪ ਸਪੋਰਟਸ ਕੀਤੀ, ਫਿਰ ਮੈਂ 35-36 ਸਾਲ ਪੜ੍ਹਾਇਆ ਵੀ ਹੈ, ਪਹਿਲਾਂ 10 ਸਾਲ ਸਪੋਰਟਸ ਕੀਤੀ ਹੈ। ਸੋ 45-48 ਸਾਲ ਦਾ ਮੇਰਾ ਐਕਸਪੀਰੀਅੰਸ ਹੈ। ਉਹਦੇ ਤੋਂ ਤੁਸੀਂ ਲਾਭ ਲੈ ਸਕਦੇ ਹੋ। ਤੁਹਾਨੂੰ ਜਿੰਨੀ ਕੁ ਮੈਨੂੰ ਉਸ ਮੇਰੇ ਦਾਤੇ ਨੇ ਸਮਝ ਬਖਸ਼ੀ ਹੈ, ਉਹਦੀ ਮੈਂ ਤੁਹਾਨੂੰ ਉਹਦੇ ਨਾਲ ਤੁਹਾਡੇ ਨਾਲ ਮੈਂ ਉਹ ਸ਼ੇਅਰ ਕਰਨ 'ਚ ਮੈਨੂੰ ਕੋਈ ਗੁਰੇਜ਼ ਨਹੀਂ ਹੈ। ਜਦੋਂ ਮੈਨੂੰ ਤੁਸੀਂ ਚਾਹੋ ਫੋਨ ਕਰ ਸਕਦੇ ਹੋ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਨੀਆਂ, ਔਰ ਅੱਜ ਲਈ ਇੰਨਾ ਹੀ। ਸੋ ਥੈਂਕ ਯੂ। ਤੁਸੀਂ ਬਹੁਤ ਪਿਆਰ ਕਰ ਰਹੇ ਹੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਦੁਨੀਆ ਇਹਦਾ ਫਾਇਦਾ ਉਠਾ ਸਕੇ। ਜੈ ਹਿੰਦ, ਜੈ ਭਾਰਤ। ਥੈਂਕ ਯੂ।